बिस्मिल्लाहिर्रहमानिर्रहीम। अस्सलाम वालेकुम व रहमतुल्लाहि व बरकातहू। की हाल चाल है जी? ठीक ठाक हो? उम्मीद है अल्लाह ताला दे हुक्म दे नाल इंशाअल्लाह तुसी सारे ठीक ठाक होवोगे। अल्लाह ताला सब ते रहमत फरमाए। अल्लाह ताला सब नूं अपने हिफ्ज़ो ईमान दे विच रखे। अज दे व्लॉग दे विच मैं तुहानूं एक इंतहाई अफसोसनाक वाकया ਜਿਹੜਾ 18 ਜੁਲਾਈ 2025 ਨੂੰ ਨੌਸ਼ਹਿਰਾ ਦੇ ਇਲਾਕੇ ਦੇ ਵਿੱਚ ਪੇਸ਼ ਆਇਆ ਕਿ ਤਿੰਨ ਭਰਾਵਾਂ ਨੂੰ ਗੋਲੀਆਂ ਦੇ ਨਾਲ ਉਹਨਾਂ ਦੇ ਸਕੇ ਚਾਚਾ ਔਰ ਉਹਨਾਂ ਦੇ ਦੋ ਬੇਟਿਆਂ ਨੇ ਛਲਣੀ ਕਰ ਦਿੱਤਾ। ਤੇ ਉਹਦੀ ਵਜ੍ਹਾ ਕੀ ਸੀ, ਉਹਦੀ ਮੁਕੰਮਲ ਤਫਸੀਲਾਤ, ਉਹਨਾਂ ਦੇ ਨਾਮ ਕੀ ਸੀ ਜਿਹੜੇ ਫੌਤ ਹੋਏ ਨੇ, ਤਿੰਨ ਭਰਾ ਸਕੇ ਔਰ ਚਾਚਾ ਔਰ ਉਹਦੇ ਦੋ ਬੇਟਿਆਂ ਨੇ ਉਹਨਾਂ ਨੂੰ ਕਿਉਂ ਮਾਰਿਆ ਔਰ ਮਾਰ ਕੇ ਫਿਰ ਉਹ 에ਅਰਪੋਰਟ ਤੋਂ ਬਾਹਰ ਨਿਕਲਣ ਲੱਗੇ ਸੀ, ਬਾਹਰ ਜਾ ਰਹੇ ਸੀ ਕਿ 에ਅਰਪੋਰਟ ਤੋਂ ਦੋਨਾਂ ਚਾਚਾ ਦੇ ਬੇਟਿਆਂ ਨੂੰ ਫੜ ਲਿਆ ਜਿਨ੍ਹਾਂ ਨੇ ਉਹਨਾਂ ਤਿੰਨਾਂ ਭਰਾਵਾਂ ਨੂੰ ਮਾਰਿਆ ਸੀ। ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ। ਇਹ 18 ਜੁਲਾਈ ਦਾ ਵਾਕਿਆ ਕਿ ਨੌਸ਼ਹਿਰਾ ਦੇ ਵਿੱਚ ਇੱਕ ਫੈਮਿਲੀ ਰਹਿੰਦੀ ਆ। ਉਸ ਫੈਮਿਲੀ ਦਾ ਜਿਹੜਾ ਸਰਬਰਾਹ ਆ ਘਰ ਦਾ ਉਹ ਫੌਤ ਹੋ ਗਿਆ ਹੁੰਦਾ। ਉਹ ਚਾਰ ਭਾਈ ਹੁੰਦੇ ਨੇ ਤੇ ਇੱਕ ਮਾਂ ਜਿਹੜੀ ਆ ਉਹ ਬੁੜੀ ਆ, ਜ਼ਈਫ ਆ। ਤੇ ਚਾਰ ਭਰਾ ਜਿਹੜੇ ਨੇ ਉਹਨਾਂ ਚੋਂ ਤਿੰਨ ਜਿਹੜੇ ਭਰਾ ਨੇ, ਤਕਰੀਬਨ ਦੋ ਭਰਾ ਜਿਹੜੇ ਨੇ 13 ਸਾਲ ਤੋਂ ਇਟਲੀ ਗਏ ਨੇ, ਤੀਸਰਾ ਵੀ ਬੁਲਾ ਲਿਆ, ਬਲਕਿ ਚੌਥਾ ਵੀ ਜਿਹੜਾ ਸਟੱਡੀ ਵੀਜ਼ੇ ਤੇ ਉਹ ਚਲਾ ਗਿਆ ਸੀ। ਇਹਨਾਂ ਨੇ ਉੱਥੇ ਜਾ ਕੇ ਇਟਲੀ ਦੇ ਵਿੱਚ ਚੰਗਾ ਕਾਰੋਬਾਰ ਕੀਤਾ, ਪੈਸਾ ਕਮਾਇਆ, ਬਲਕਿ ਉੱਥੇ ਜਾ ਕੇ ਇੰਨੇ ਸੈਟਲ ਹੋ ਗਏ ਕਿ ਇਹਨਾਂ ਨੇ ਇੱਕ ਰੈਸਟੋਰੈਂਟ ਹੋਟਲ ਖੋਲ ਲਿਆ। ਉੱਥੇ ਹੋਟਲ ਤੋਂ ਵਿੱਚ ਚੰਗੀ ਕਮਾਈ ਹੁੰਦੀ, ਤੁਹਾਨੂੰ ਪਤਾ। ਜਿਸ ਵੇਲੇ ਹੋਟਲ ਖੋਲ ਲਿਆ, ਚੰਗੀ ਕਮਾਈ ਹੋਈ ਤੇ ਫਿਰ ਇਹਨਾਂ ਨੇ ਨੌਸ਼ਹਿਰਾ ਦੇ ਇਲਾਕੇ ਦੇ ਵਿੱਚ ਹੀ ਫਿਰ ਇਹਨਾਂ ਨੇ ਚੰਗੀਆਂ ਜ਼ਮੀਨਾਂ ਬਣਾਈਆਂ, ਜਾਇਦਾਦ ਬਣਾਈ, ਮਕਾਨ ਖਰੀਦੇ, ਮਹੱਲਾਤ ਵਗੈਰਾ ਬਣਾਏ। ਤੇ ਜਿਹੜੇ ਰਿਸ਼ਤੇਦਾਰ ਹੁੰਦੇ ਆ ਨਾ ਉਹ ਫਿਰ ਬਹੁਤ ਜ਼ਿਆਦਾ ਚੱਲਦੇ ਹੁੰਦੇ ਨੇ, ਖਾਸ ਕਰ ਸ਼ਰੀਕ ਚਾਚਾ ਸੀ ਇਹਨਾਂ ਦਾ ਇੱਕ ਸ਼ੇਰ ਅਸਲਮ, ਤੇ ਉਹਦੇ ਦੋ ਬੇਟੇ ਸੀ, ਇੱਕ ਮੁੰਤਜ਼ਿਰ, ਇੱਕ ਯਾਵਰ। ਤੇ ਇਹ ਖਾਸ ਕਰ ਬਹੁਤ ਜ਼ਿਆਦਾ ਚੱਲਦੇ ਸੀ। ਤੇ ਇਹ ਤਿੰਨੋਂ ਭਰਾ ਪਾਕਿਸਤਾਨ ਇਟਲੀ ਤੋਂ ਆਉਂਦੇ ਨੇ। ਇੱਕ ਸ਼ਾਦੀ ਦੀ ਤਕਰੀਬ ਹੁੰਦੀ ਹੈ, ਉਸ ਤਕਰੀਬ ਦੇ ਵਿੱਚ ਸ਼ਿਰਕਤ ਕਰਦੇ ਨੇ। ਸਾਰੇ ਰਿਸ਼ਤੇਦਾਰ ਉਸ ਸ਼ਾਦੀ ਦੇ ਵਿੱਚ ਆਉਂਦੇ ਨੇ। ਉਸ ਸ਼ਾਦੀ ਦੇ ਵਿੱਚ ਇਹ ਭਰਾ ਵੀ ਹੁੰਦੇ ਨੇ ਜਿਨ੍ਹਾਂ ਤਿੰਨਾਂ ਨੂੰ ਮਾਰਿਆ ਗਿਆ, ਤੇ ਇਹਨਾਂ ਦਾ ਚਾਚਾ ਸ਼ੇਰ ਅਸਲਮ ਔਰ ਇਹਨਾਂ ਦੇ ਦੋ ਬੇਟੇ ਮੁੰਤਜ਼ਿਰ ਔਰ ਯਾਵਰ ਉਹ ਵੀ ਆਉਂਦੇ ਨੇ। ਸ਼ਾਦੀ ਜਿਸ ਵੇਲੇ ਖਤਮ ਹੋ ਜਾਂਦੀ ਆ, ਬਹੁਤ ਅੱਛੇ ਤਰੀਕੇ ਨਾਲ ਖਾਣਾ ਛਾਣਾ ਖਾ ਕੇ ਖਤਮ ਹੋ ਜਾਂਦੀ। ਉਸ ਤੋਂ ਬਾਅਦ ਜਿਸ ਵੇਲੇ ਸ਼ਾਦੀ ਖਤਮ ਹੋ ਜਾਂਦੀ ਆ, ਸਾਰੇ ਜਣੇ ਕਹਿੰਦੇ ਨੇ ਦਾਦਾ ਸੀ ਜਿਹੜਾ ਨਾ ਇਹਨਾਂ ਦਾ, ਉਹ ਦੂਸਰੇ ਘਰ ਦੇ ਵਿੱਚ ਕੋਈ ਰਹਿੰਦਾ ਸੀ। ਤੇ ਇਹ ਸਾਰੇ ਇਕੱਠੇ ਹੋ ਕੇ ਕਹਿੰਦੇ ਨੇ ਚਲੋ ਦਾਦੇ ਕੋਲ ਚੱਲੀਏ ਜਾ ਕੇ ਤੇ ਦਾਦੇ ਨਾਲ ਗੱਪਸ਼ਪ ਲਾਣੇ ਆ, ਉਹਦੇ ਨਾਲ ਹਾਸਾ ਮਜ਼ਾਕ ਕਰਦੇ ਆ, ਦਾਦੇ ਨੂੰ ਵੀ ਖੁਸ਼ ਕਰਦੇ ਆ। ਇਹ ਸਾਰੇ ਉੱਥੋਂ ਨਿਕਲਦੇ ਨੇ, ਗੋਸ਼ਤ ਲੈਂਦੇ ਨੇ, ਕਹਿੰਦੇ ਉੱਥੇ ਦਾਦੇ ਕੋਲ ਜਾ ਕੇ ਬਣਾਉਂਦੇ ਆ, ਖਾਵਾਂਗੇ, ਉੱਥੇ ਗੱਪਸ਼ਪ ਲਾਵਾਂਗੇ। ਹੁਣ ਇਹ ਤਿੰਨੋਂ ਭਰਾ, ਇਹਨਾਂ ਦਾ ਨਾਮ ਸੀ ਵਕਾਸ ਖਾਨ 26 ਸਾਲ, ਸ਼ਫੀਉल्ला 22 ਸਾਲ, ਅਬਾਸ ਖਾਨ 25 ਸਾਲ। ਇਹਨਾਂ ਤਿੰਨਾਂ ਭਰਾਵਾਂ ਦੀ ਇਹ ਉਮਰਾਂ ਸੀ। ਤਿੰਨੇ ਭਰਾ ਇਹ ਤੇ ਸ਼ੇਰ ਅਸਲਮ ਤੇ ਇਹਦੇ ਦੋ ਬੇਟੇ ਯਾਵਰ ਤੇ ਮੁੰਤਜ਼ਿਰ, ਇਹ ਸਾਰੇ ਜਣੇ ਰਲ ਕੇ ਦਾਦੇ ਕੋਲ ਚਲ ਜਾਂਦੇ ਨੇ। ਦਾਦੇ ਕੋਲ ਬਹਿ ਕੇ ਗੱਪਸ਼ਪ ਲਾਉਂਦੇ ਨੇ, ਹਾਸਾ ਮਜ਼ਾਕ ਕਰਦੇ ਨੇ। ਦਾਦਾ ਕਹਿੰਦਾ ਕਿ ਯਾਰ ਮੇਰੀ ਸਿਹਤ ਜਿਹੜੀ ਹੈ ਨਾ ਖਰਾਬ ਰਹਿੰਦੀ ਹੈ, ਮੈਂ ਬਿਮਾਰ ਹਾਂ, ਕੋਈ ਪਤਾ ਨਹੀਂ ਮੈਂ ਕਿਸ ਟਾਈਮ ਰਿੜ ਜਾ। ਤੇ ਬਿਹਤਰ ਇਹ ਆ ਕਿ ਸ਼ੇਰ ਅਸਲਮ ਨੂੰ ਕਹਿੰਦਾ ਕਿ ਜਿਹੜਾ ਮੈਂ 8 ਲੱਖ ਤੇਰੇ ਕੋਲ ਰਖਾਇਆ ਸੀ ਨਾ ਬਤੌਰ ਅਮਾਨਤ, ਉਹ 8 ਲੱਖ ਰੁਪਈਆ ਦੇ ਦੇ ਮੈਨੂੰ, ਤਾਂ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਹੀ ਆਪਣੀ ਔਲਾਦ ਦੇ ਵਿੱਚ ਤਕਸੀਮ ਕਰਦੇ ਆ, ਕੋਈ ਮਸਲਾ ਨਾ ਬਣੇ ਮੇਰੇ ਉੱਤੇ, ਕੋਈ ਬੋਝ ਨਾ ਆਵੇ, ਬੇਈਮਾਨੀ ਕੀਤੀ, ਮੈਂ ਬਰਾਬਰ ਦਾ ਹਿੱਸਾ ਸਾਰਿਆਂ ਨੂੰ ਦੇ ਦਿਆਂ। ਹੁਣ ਸ਼ੇਰ ਅਸਲਮ ਕਹਿਣ ਲੱਗਾ ਕਿਹੜੇ ਪੈਸਿਆਂ ਦੀ ਤੁਸੀਂ ਗੱਲ ਕਰਦੇ ਹੋ, ਕਿਹੜੇ ਪੈਸੇ ਤੁਸੀਂ ਮੈਨੂੰ ਦਿੱਤੇ ਸੀ? ਪਹਿਲਾਂ ਤਾਂ ਉਹਨਾਂ ਨੇ ਮਜ਼ਾਕ ਦੇ ਵਿੱਚ ਗੱਲ ਟਾਲਤੀ, ਹਾਸਾ ਮਜ਼ਾਕ ਦੇ ਵਿੱਚ ਪਾ ਕੇ ਗੱਲ ਨੂੰ ਟਾਲ ਦਿੱਤਾ। ਉਸ ਤੋਂ ਬਾਅਦ ਜਦੋਂ ਦਾਦਾ ਜੀ ਜਿਹੜੇ ਨੇ ਉਹ ਉਹਨਾਂ ਦੇ ਸਖਤ ਹੋ ਗਏ, ਉਹਨਾਂ ਨੇ ਕਿਹਾ ਕਿ ਨਹੀਂ ਯਾਰ ਇਸ ਗੱਲ ਨੂੰ ਤੂੰ ਮਜ਼ਾਕ ਦੇ ਵਿੱਚ ਨਾ ਲੈ, ਮੈਂ ਤੈਨੂੰ 8 ਲੱਖ ਦਿੱਤਾ ਜਿਹੜਾ ਉਹ ਦੇ। ਤੇ ਖੈਰ ਉਹ ਸ਼ੇਰ ਅਸਲਮ ਜਿਹੜਾ ਸੀ ਬੇਟਾ ਉਹਦਾ, ਉਹ ਕਹਿਣ ਲੱਗਾ ਕਿ ਮੈਂ ਕੋਈ ਤੇਰਾ ਪੈਸਾ ਨਹੀਂ ਦੇਣਾ ਹੈਗਾ, ਮੈਂ ਨਹੀਂ ਦੇਣਾ। ਤੇ ਉਹ ਜਿਹੜੇ ਉਹਦੇ ਦਾਦੇ ਦੇ ਪੋਤਰੇ ਸੀ ਮੁੰਤਜ਼ਿਰ ਤੇ ਯਾਵਰ, ਉਹ ਵੀ ਕਹਿਣ ਲੱਗੇ ਕਿ ਦਾਦਾ ਅਸੀਂ ਤੇਰਾ ਕੋਈ ਪੈਸਾ ਨਹੀਂ ਦੇਣਾ। ਹੌਲੀ ਹੌਲੀ ਦਾਦੇ ਨਾਲ ਝਗੜਾ ਵੱਧ ਗਿਆ। ਜਿਸ ਵੇਲੇ ਝਗੜਾ ਵੱਧ ਗਿਆ ਤੇ ਇਹ ਤਿੰਨੋਂ ਭਰਾ ਜਿਹੜੇ ਇਟਲੀ ਤੋਂ ਆਏ ਹੋਏ ਸੀ, ਇਹ ਤਿੰਨੋਂ ਭਰਾ ਕਹਿਣ ਲੱਗੇ ਦਾਦੇ ਨੂੰ, ਅੱਬਾ ਜੀ ਤੁਸੀਂ ਰਹਿਣ ਦਿਓ, ਇਹ ਪੈਸੇ ਜਿਹੜੇ ਨੇ 8 ਲੱਖ ਰੁਪਈਆ ਅਸੀਂ ਦੇ ਦਿਆਂਗੇ, ਤੁਸੀਂ ਇਹਨਾਂ ਕੋਲੋਂ ਨਾ ਲਵੋ। ਤੇ ਉਹ ਜਿਹੜੇ ਸ਼ੇਰ ਅਸਲਮ ਤੇ ਉਹਦੇ ਦੋ ਬੇਟੇ ਸੀ ਉਹ ਬੜੇ ਗੁੱਸੇ ਚ ਆ ਗਏ। ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ ਬਹੁਤ ਜ਼ਿਆਦਾ ਪੈਸਾ ਆ ਗਿਆ, ਤੁਸੀਂ ਪੈਸੇ ਦਾ ਗਰੂਰ ਕਰਦੇ ਹੋ ਤੇ ਤੁਸੀਂ ਕਹਿੰਦੇ ਹੋ ਕਿ ਇਹ 8 ਲੱਖ ਰੁਪਈਆ ਅਸੀਂ ਦੇ ਦਿਆਂਗੇ, ਤੁਸੀਂ ਕਿਉਂ ਦਵੋਗੇ? ਅਸੀਂ ਦੇਣਾ ਹੀ ਕੋਈ ਨਹੀਂ, ਤੁਸੀਂ ਕਿਉਂ ਦਵੋਗੇ? ਇਸ ਤਰ੍ਹਾਂ ਯਾਨੀ ਤੂੰ ਮੈਂ ਹੋ ਗਈ ਗੱਲਬਾਤ ਜਿਹੜੀ ਹੈ ਬਹੁਤ ਜ਼ਿਆਦਾ ਅੱਗੇ ਵੱਧ ਗਈ। ਤੇ ਉੱਥੇ ਨਾ ਇਹਨਾਂ ਨੇ ਪਿਸਟਲ ਕੱਢ ਲਿਆ, ਗੋਲੀਆਂ ਚੱਲ ਗਈਆਂ।
ਇਹ ਜਿਹੜੇ ਤਿੰਨ ਭਰਾ ਸੀ ਨਾ, ਇਹਨਾਂ ਤਿੰਨਾਂ ਨੂੰ ਯਾਵਰ ਤੇ ਮੁੰਤਜ਼ਰ ਸ਼ੇਰ ਅਸਲਮ ਦੇ ਬੇਟਿਆਂ ਨੇ ਮੌਕੇ ਤੇ ਗੋਲੀਆਂ ਮਾਰ ਕੇ ਮਾਰ ਦਿੱਤਾ। ਤੇ ਉਸ ਤੋਂ ਬਾਅਦ ਇਹਨਾਂ ਤਿੰਨਾਂ ਨੂੰ ਫਿਰ ਉੱਥੇ ਦਫਨਾ ਦਿੱਤਾ ਗਿਆ ਪਿੰਡ ਦੇ ਵਿੱਚ ਹੀ। ਤੇ ਉਸ ਤੋਂ ਬਾਅਦ ਇਹ ਫਿਰ ਨੱਸ ਗਏ, ਜਿਹੜੇ ਯਾਵਰ ਤੇ ਮੁੰਤਜ਼ਰ ਸੀ, ਜਿਨ੍ਹਾਂ ਨੇ ਗੋਲੀਆਂ ਤਿੰਨਾਂ ਭਰਾਵਾਂ ਨੂੰ ਮਾਰੀਆਂ ਸੀ, ਜਿਹੜੇ ਇਟਲੀ ਤੋਂ ਆਏ ਹੋਏ ਸੀ। ਉਸ ਤੋਂ ਬਾਅਦ ਇਹ ਬੈਰੂਨੇ ਮੁਲਕ ਜਾ ਰਹੇ ਸੀ, ਟਿਕਟ ਕਰਾ ਕੇ ਨੱਸਣ ਲੱਗੇ ਸੀ। ਕਰਾਚੀ 에ਅਰਪੋਰਟ ਤੋਂ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਕੇ ਇਹਨਾਂ ਦੇ ਜਿਸਮਾਨੀ ਰਿਮਾਂਡ ਲੈ ਲਏ ਗਏ ਨੇ ਔਰ ਅਦਾਲਤ ਦੇ ਵਿੱਚ ਪੇਸ਼ ਕਰਕੇ ਤੇ ਇਹਨਾਂ ਦੇ ਮੁਤਲਕ ਮਜ਼ੀਦ ਤਹਿਕੀਕਾਤ ਸ਼ੁਰੂ ਕਰ ਦਿੱਤੀ ਗਈ ਆ। ਸ਼ੇਰ ਅਸਲਮ ਜਿਹੜਾ ਇਹਨਾਂ ਦਾ ਚਾਚਾ, ਉਹ ਬਾਕੀ ਇੱਕ ਰਹਿ ਗਿਆ ਫੜਨੇ ਵਾਲਾ, ਉਹਨੂੰ ਵੀ ਪੁਲਿਸ ਗ੍ਰਿਫਤਾਰ ਕਰ ਲਏਗੀ। ਇਹ ਸੀ ਅੱਜ ਦਾ ਵੀਲੌਗ ਕਿ ਜਿਹੜੇ ਰਿਸ਼ਤੇਦਾਰ ਨੇ, ਖਾਸ ਕਰ ਸ਼ਰੀਕ, ਇਹ ਬੜਾ ਹਸਦ ਕਰਦੇ ਨੇ, ਜਲਦੇ ਨੇ। ਬਹਿਰਲ ਜਿਹੜੇ ਲੋਕ ਵੀ ਬਾਹਰ ਗਏ ਹੋਣ, ਬੈਰੂਨੇ ਮੁਲਕ ਗਏ ਹੋਣ, ਉਹਨਾਂ ਨੂੰ ਚਾਹੀਦਾ ਕਿ ਜਿਸ ਵੇਲੇ ਵੀ ਤੁਸੀਂ ਕੋਈ ਪੈਸਾ ਕਮਾਉਂਦੇ ਹੋ ਜਾਂ ਕੋਈ ਜਾਇਦਾਦ ਲੈਂਦੇ ਹੋ, ਕਿਸੇ ਦੀ ਸ਼ੋਰ ਨਹੀਂ ਕਰਨੀ ਚਾਹੀਦੀ, ਕਿਉਂਕਿ ਲੋਕ ਜਿਹੜੇ ਨੇ ਹਸਦ ਦੇ ਵਿੱਚ ਜਲਦੇ ਨੇ। ਬਲਕਿ ਤੁਸੀਂ ਬਾਹਰੋਂ ਆਣਾ ਵੀ ਆ, ਕਈ ਲੋਕ ਇਸ ਤਾਕ ਦੇ ਵਿੱਚ ਬੈਠੇ ਹੁੰਦੇ ਨੇ ਕਿ ਉਹ ਆਏਗਾ, 에ਅਰਪੋਰਟ ਤੋਂ ਨਿਕਲੇਗਾ, ਉਹਦੇ ਕੋਲੋਂ ਲੁੱਟ ਲਾਂਗੇ, ਡਕੈਤੀ ਕਰ ਲਾਂਗੇ। ਇਸ ਵਾਸਤੇ ਹੁਣ ਜਿਹੜੇ ਲੋਕ ਨੇ ਬਾਹਰੋਂ ਵੀ ਜਿਸ ਵੇਲੇ ਆ ਰਹੇ ਨੇ, ਉਹ ਵੀ ਨਹੀਂ ਦੱਸਦੇ। ਰੱਬਾ ਰਾਤ ਨੂੰ ਪਤਾ ਲੱਗਦਾ ਕਿ ਜੀ ਉਹ ਰਾਤੀ ਆ ਗਿਆ ਸੀ। ਤੇ ਉਹ ਕਿਸੇ ਨੂੰ ਵੀ ਅੱਜ ਕੱਲ ਕੋਈ ਬੰਦਾ ਨਹੀਂ ਦੱਸਦਾ ਕਿਸੇ ਦੀ ਵੀ ਗੱਲਬਾਤ। ਇਸ ਤਰ੍ਹਾਂ ਕੋਈ ਆਊਟ ਵੀ ਨਹੀਂ ਕਰਨੀ ਚਾਹੀਦੀ, ਮੈਂ ਫਲਾਂ ਜਗ੍ਹਾ। ਕਈ ਬੰਦੇ ਸਟੇਟਸ ਲਾਉਂਦੇ ਨੇ ਜੀ, ਮੈਂ ਫਲਾਂ ਜਗ੍ਹਾ ਤੇ ਜਾ ਰਿਹਾ, ਫਲਾਂ ਜਗ੍ਹਾ ਤੇ ਆ ਰਿਹਾ। ਇਹ ਸਟੇਟਸ ਜਿਹੜੇ ਨੇ ਇਹ ਵੀ ਗਲਤ ਹੋ ਜਾਂਦੇ ਨੇ। ਲੋਕਾਂ ਨੂੰ ਪਤਾ ਲੱਗ ਜਾਂਦਾ ਤੁਹਾਡੀ ਮਾਲੂਮਾਤ ਦਾ ਕਿ ਤੁਸੀਂ ਕਿੱਥੇ ਜਾ ਰਹੇ ਹੋ। ਜਿਹੜੇ 100 ਸੱਜਣ 100 ਦੁਸ਼ਮਣ ਹੁੰਦੇ ਨੇ। ਇਸ ਵਾਸਤੇ ਇਹ ਸਟੇਟਸ ਜਿਹੜੇ ਨੇ ਨਾ WhatsApp ਤੇ ਵੀ ਲਾਣੇ, ਇਹ ਵੀ ਠੀਕ ਨਹੀਂ ਹੈਗੇ। ਤੇ ਕਿਉਂਕਿ ਉਹ ਲਾਈਵ ਤੁਹਾਨੂੰ ਪਤਾ ਹੁੰਦਾ, ਨਜ਼ਰ ਆਉਂਦਾ ਕਿ ਬੰਦਾ ਫਲਾਂ ਜਗ੍ਹਾ ਤੇ ਜਾ ਰਿਹਾ, ਫਲਾਂ ਜਗ੍ਹਾ ਤੇ ਆ ਰਿਹਾ। 100 ਸੱਜਣ ਦੁਸ਼ਮਣ ਹੁੰਦੇ ਨੇ। ਇਸ ਵਾਸਤੇ ਲਾਈਵ ਸਟੇਟਸ ਜਿਹੜੇ ਨੇ ਇਹ ਵੀ ਨਹੀਂ ਲਾਣੇ ਚਾਹੀਦੇ। ਮੈਂ ਫਲਾਂ ਜਗ੍ਹਾ ਤੇ ਜਾ ਰਿਹਾ, ਲਾਹੌਰ ਜਾ ਰਿਹਾ, ਇਸਲਾਮਾਬਾਦ ਜਾ ਰਿਹਾ, ਹਮ ਵਹਾਂ ਜਾ ਰਹੇ ਹਾਂ। ਇਹਨਾਂ ਤੋਂ ਵੀ ਪਰਹੇਜ਼ ਕਰਨਾ ਚਾਹੀਦਾ, ਕਿਉਂਕਿ 100 ਸੱਜਣ 100 ਦੁਸ਼ਮਣ। ਤੇ ਅੱਲਾਹ ਤਾਲਾ ਸਭ ਤੇ ਰਹਿਮਤ ਫਰਮਾਏ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਮਾਨ ਚ ਰੱਖੇ। अस्सलामु अलैकुम व रहमतुल्लाहि व बरकातहू।